ਗੁੱਡ ਮਾਰਨਿੰਗ, ਨਮਸਕਾਰ। 8ਵੀਂ ਜਮਾਤ ਦੇ ਵਿਦਿਆਰਥੀਓ, ਅੱਜ ਦਾ ਸਾਡਾ ਵਿਸ਼ਾ ਹੈ ਕਿੱਕਲੀ ਪਾਠ ਪੁਸਤਕ ਦੀ ਕਵਿਤਾ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ। ਇਹ ਕਵਿਤਾ ਗੁਰਮੁਖ ਸਿੰਘ ਜੌਹਲ ਦੁਆਰਾ ਲਿਖੀ ਗਈ ਹੈ। ਇਸ ਕਵਿਤਾ ਵਿੱਚ ਕਵੀ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਵਰਣਨ ਕੀਤਾ ਹੋਇਆ ਹੈ। ਪਹਿਲਾਂ ਇਹ ਸਮਝੋ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਦਾ ਕੀ ਮਤਲਬ ਹੈ। ਜਦੋਂ ਸਾਡਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ, ਉਸ ਸਮੇਂ ਵਿਸਾਖੀ ਵਾਲੇ ਦਿਨ ਸਾਰੇ ਭਾਰਤੀ ਅੰਮ੍ਰਿਤਸਰ ਵਿੱਚ ਵਿਸਾਖੀ ਮਨਾਉਣ ਦੇ ਜਸ਼ਨ ਵਿੱਚ ਇਕੱਠੇ ਹੋਏ ਸਨ। ਪਰ ਅੰਗਰੇਜ਼ ਜਨਰਲ ਡਾਇਰ ਨੇ ਉੱਥੇ ਪਹੁੰਚ ਕੇ ਇਕੱਠੇ ਹੋਏ ਭਾਰਤੀਆਂ ਉੱਤੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ, ਜਿਸ ਦਿਨ ਨੂੰ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਕਿਹਾ ਜਾਂਦਾ ਹੈ। ਇਹ 13 ਅਪ੍ਰੈਲ 1919 ਦੀ ਘਟਨਾ ਹੈ। ਆਓ ਦੇਖੀਏ ਗੁਰਮੁਖ ਸਿੰਘ ਜੌਹਲ ਨੇ ਇਸ ਕਵਿਤਾ ਵਿੱਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਕਿਸ ਤਰ੍ਹਾਂ ਵਰਣਨ ਕੀਤਾ ਹੈ। ਇੱਕ ਕਹਿਰੀ ਆਈ ਵਿਸਾਖੀ, ਟੁੱਟ ਪਏ ਬੇਦੋਸ਼ਿਆਂ ਤੇ ਕਰਨੀ ਜਿਨ੍ਹਾਂ ਦੇਸ਼ ਦੀ ਰਾਖੀ। ਇੱਕ ਕਹਿਰੀ ਮਤਲਬ ਇੱਕ ਇਹੋ ਜਿਹੀ ਵਿਸਾਖੀ ਆਈ, ਇੱਕ ਕਹਿਰੀ ਜ਼ੁਲਮ ਨਾਲ ਭਰੀ, ਕਹਿਰ ਕਿਸ ਨੂੰ ਕਹਿੰਦੇ ਹਨ, ਜਿਸ ਨਾਲ ਜ਼ੁਲਮ ਹੋਵੇ, ਜ਼ੁਲਮ ਨਾਲ ਭਰੀ ਹੋਈ ਵਿਸਾਖੀ ਆਈ, ਜਿਸ ਨਾਲ ਬੇਦੋਸ਼ੀਆਂ ਮਤਲਬ ਭਾਰਤੀਆਂ ਉੱਤੇ, ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਨੀ ਸੀ, ਉਹਨਾਂ ਉੱਤੇ ਟੁੱਟ ਪਏ। ਖੂਨੀ ਬਘਿਆੜਾਂ ਦੀ ਖੋਟੀ ਨੀਤ ਹੋ ਗਈ ਨੰਗੀ, ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਖੂਨੀ ਬਘਿਆੜਾਂ ਅੰਗਰੇਜ਼ਾਂ ਦੀ ਨੀਅਤ ਖੋਟੀ ਹੋ ਗਈ, ਜਿਸ ਨਾਲ ਜਲਿਆਂਵਾਲੇ ਬਾਗ ਦੀ ਧਰਤੀ ਖੂਨ ਨਾਲ ਰੰਗੀ ਗਈ। ਅੰਮ੍ਰਿਤਸਰ ਧਰਤੀ 'ਤੇ ਇਕੱਠੇ ਹੋਏ ਵਤਨ ਪੁਜਾਰੀ, ਹਿੰਦੂ ਸਿੱਖ ਮੁਸਲਿਮ ਦਾ ਏਕਾ ਜਰਿਆ ਨਾ ਹੰਕਾਰੀ। ਆ ਕੜਕਿਆ ਬਿਜਲੀ ਬਣ ਡਾਇਰ ਬੇਈਮਾਨ ਫਰੰਗੀ, ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਖੋਟੀ ਨੀਅਤ ਹੋ ਗਈ ਅੰਗਰੇਜ਼ਾਂ ਦੀ, ਜਲਿਆਂਵਾਲੇ ਬਾਗ ਦੀ ਧਰਤੀ ਖੂਨ ਨਾਲ ਰੰਗੀ ਗਈ। ਅੰਮ੍ਰਿਤਸਰ ਦੀ ਧਰਤੀ 'ਤੇ ਸਾਰੇ ਭਾਰਤੀ ਇਕੱਠੇ ਹੋਏ ਸਨ, ਹਿੰਦੂ ਸਿੱਖ ਮੁਸਲਿਮ ਈਸਾਈ, ਪਰ ਅੰਗਰੇਜ਼ਾਂ ਤੋਂ ਇਹ ਏਕਾ ਜਰਿਆ ਨਹੀਂ ਗਿਆ। ਜਨਰਲ ਡਾਇਰ ਫਰੰਗੀ ਅੰਗਰੇਜ਼ਾਂ ਨੂੰ ਹੀ ਕਿਹਾ ਜਾਂਦਾ ਹੈ। ਜਲਿਆਂਵਾਲੇ ਬਾਗ ਦੀ ਧਰਤੀ ਖੂਨ ਨਾਲ ਰੰਗੀ ਗਈ। ਬੇਖਬਰ ਬੇਦੋਸ਼ਿਆਂ 'ਤੇ ਚੱਲੀ ਤੜ-ਤੜ ਕਰਕੇ ਗੋਲੀ, ਜ਼ਾਲਮ ਜਮਦੂਤਾਂ ਨੇ ਖੇਡੀ ਨਾਲ ਖੂਨ ਦੇ ਹੋਲੀ। ਟੁੱਟੇ ਤਾਰੇ ਨੈਣਾਂ ਦੇ, ਰੁਲ ਗਏ ਹੀਰੇ ਲਾਲ ਭੁਜੰਗੀ, ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਆ ਕੜਕਿਆ ਬਿਜਲੀ ਬਣ, ਜਨਰਲ ਡਾਇਰ ਆਇਆ ਉੱਥੇ, ਜਲਿਆਂਵਾਲੇ ਬਾਗ ਵਿੱਚ ਬੇਖਬਰ ਬੇਦੋਸ਼ਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਜ਼ਾਲਮ ਜਮਦੂਤਾਂ ਨੇ ਖੂਨ ਨਾਲ ਹੋਲੀ ਖੇਡੀ, ਮਤਲਬ ਭਾਰਤੀ ਦੀ ਮੌਤ ਹੋ ਗਈ ਅਤੇ ਉੱਥੇ ਖੂਨ ਵਹਿ ਗਏ। ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦੇ ਖੂਨ ਨਾਲ ਅੰਗਰੇਜ਼ਾਂ ਨੇ, ਜਨਰਲ ਡਾਇਰ ਨੇ, ਫਰੰਗੀਆਂ ਨੇ, ਜਿਨ੍ਹਾਂ ਨੂੰ ਅੰਗਰੇਜ਼ਾਂ ਨੂੰ ਹੀ ਕਿਹਾ ਜਾਂਦਾ ਹੈ, ਉਹਨਾਂ ਨਾਲ ਖੂਨ ਦੀ ਹੋਲੀ ਖੇਡੀ। ਟੁੱਟੇ ਤਾਰੇ ਨੈਣਾਂ ਦੇ, ਕਈ ਮਾਵਾਂ ਦੇ ਪੁੱਤਰ ਮਾਰੇ ਗਏ ਅਤੇ ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਸੀ ਭੈਣਾਂ ਬਿਲਕ ਰਹੀਆਂ, ਦਿਲ ਦੇ ਚਾਅ ਅਧੂਰੇ ਟੁੱਟੇ, ਰੋਵਣ ਸਤਵੰਤੀਆਂ ਕਈ, ਗਏ ਸੰਧੂਰ ਜਿਨ੍ਹਾਂ ਦੇ ਲੁੱਟੇ। ਕਈ ਭੈਣਾਂ ਦੇ ਵੀਰਿਆਂ ਦੀ ਮੌਤ ਹੋ ਗਈ, ਉਹ ਰੋ ਰਹੀਆਂ ਸਨ, ਕਈਆਂ ਦੇ ਪਤੀ ਮਰ ਗਏ ਸਨ। ਕੁੱਲ ਹੱਦਾਂ ਟੱਪ ਗਿਆ ਵਹਿਮੀ ਗੋਰਾ ਜ਼ਾਲਮ ਢੰਗੀ। ਗੋਲੀਆਂ ਬਰਸਾਉਣ ਤੋਂ ਬਾਅਦ ਜ਼ਾਲਮ ਕੰਧਾਂ ਉੱਤੋਂ ਦੀ ਟੱਪ ਕੇ ਬਾਹਰ ਆ ਗਿਆ। ਕੰਬ ਧਰਤ ਆਕਾਸ਼ ਗਏ, ਐਸੇ ਘੱਲੂਘਾਰੇ ਹੋਏ, ਤੱਕ ਚੀਕਾਂ ਆਹਾਂ ਨੂੰ ਸਨ ਗਲੀਆਂ ਦੇ ਕੱਖ ਰੋਏ। ਧਰਤੀ ਅਤੇ ਆਕਾਸ਼ ਕੰਬ ਗਏ ਜਦੋਂ ਨਿਹੱਥੇ ਭਾਰਤੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ। ਬੁੱਚੜ ਹਥਿਆਰਾਂ ਨੇ ਹਰ ਇੱਕ ਹੱਦ ਜ਼ੁਲਮ ਦੀ ਲੰਘੀ, ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਹਥਿਆਰਾਂ ਨੇ ਹੱਦ ਵੀ ਜ਼ੁਲਮ ਦੀ ਪਾਰ ਕਰ ਦਿੱਤੀ ਕਿ ਸਾਰੀ ਧਰਤੀ ਖੂਨ ਨਾਲ ਰੰਗੀ ਗਈ। ਇਸ ਖੂਨੀ ਸਾਕੇ ਨੂੰ ਅੱਖੀਂ ਤੱਕਿਆ ਨਾ ਜੁਗਰਦਾ, ਨੈਣੀ ਜੁਆਲਾ ਮੱਚ ਗਈ, ਚੁਭੀਆਂ ਸੀਨਿਆਂ ਦੇ ਵਿੱਚ ਨਰਦਾਂ। ਜਿੰਦ ਭਾਰਤ ਮਾਤਾ ਦੀ ਸੀ ਗਈ ਸੂਲੀ 'ਤੇ ਟੰਗੀ, ਬਾਗ ਜਲਿਆਂਵਾਲੇ ਦੀ ਧਰਤੀ ਗਈ ਖੂਨ ਨਾਲ ਰੰਗੀ। ਇਸ ਖੂਨੀ ਸਾਕੇ ਨੂੰ ਅੱਖੀਂ ਨਾਲ ਨਹੀਂ ਦੇਖਿਆ ਜਾਂਦਾ ਕਿ ਸੀਨਿਆਂ ਵਿੱਚ ਸੂਈਆਂ ਚੁਭਦੀਆਂ ਹਨ। ਜਿੰਦ ਭਾਰਤ ਦੀ ਗਈ ਸੂਲਾਂ ਚੁਭਦੀਆਂ ਹਨ, ਭਾਰਤ ਦੀ ਜਿੰਦ ਹੈ ਜੋ ਸੂਲੀ 'ਤੇ ਟੰਗੀ ਗਈ, ਬਾਗ ਜਲਿਆਂਵਾਲੇ ਦੀ ਧਰਤੀ ਖੂਨ ਨਾਲ ਰੰਗੀ ਗਈ। ਵਿਦਿਆਰਥੀਓ, ਇਸ ਕਵਿਤਾ ਨੂੰ ਤੁਸੀਂ ਬਾਰ-ਬਾਰ ਪੜ੍ਹੋਗੇ ਅਤੇ ਇਸ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਲਿਖੋਗੇ।
ਇਸ ਦਾ ਬੁੱਕ ਵਰਕ ਤੁਸੀਂ ਵਰਕਸ਼ੀਟ 6 ਦੇ ਰੂਪ ਵਿੱਚ ਕਰੋਗੇ।